ਜਦੋਂ ਮੇਰੀ ਭੈਣ ਮਰੀ ਉਹਦੀਆਂ ਅੱਖਾਂ ਪੂਰੀਆਂ ਕੰਮ ਨਹੀਂ ਸੀ ਕਰਦੀਆਂ, ਬਿਮਾਰ ਸੀ। ਉਹ ਆਪਣੀ ਕੁੜੀ ਕੋਲ ਹੁਸ਼ਿਆਰਪੁਰ ਰਹਿੰਦੀ ਸੀ। ਉਹ ਵਿਡੋ ਸੀ, ਉਹ ਮੀਡੀਓਕਰ ਸੀਗੀ। ਉਹ ਚੰਡੀਗੜ੍ਹੋਂ ਗੱਡੀ ਵਿੱਚ ਆ ਰਹੀ ਸੀ ਆਪਣੇ ਜਵਾਨ ਪੁੱਤਰ ਨਾਲ ਤੇ ਆਪਣੇ ਕੁੜੀ ਦੇ ਘਰ ਵਾਲੇ ਨਾਲ, ਤੇ ਨਾਲ ਉਹਦੀ ਕੁੜੀ ਦਾ ਮੁੰਡਾ ਜਿਹੜਾ ਸਪੈਸ਼ਲ ਨੀਡ ਬੱਚਾ ਹੈ, ਉਹ ਆਟਿਸਟਿਕ ਹੈ, ਉਹਦੇ ਨਾਲ ਉਹ ਆ ਰਹੀ ਸੀ। ਤੇ ਉਹਨਾਂ ਦੀ ਗੱਡੀ ਹੁਸ਼ਿਆਰਪੁਰ ਦੇ ਕੋਲ ਆ ਕੇ ਟਰੱਕ ਦੇ ਥੱਲੇ ਚਲੀ ਗਈ ਤੇ ਤਿੰਨੋਂ ਜਾਣਿਆਂ ਦੀ ਉੱਥੇ ਹੀ ਸੜਕ ਤੇ ਡੈਥ ਹੋ ਗਈ। ਇਹਨੂੰ ਖਬਰ ਮਿਲੀ ਮੇਰੇ ਭਰਾ ਨੂੰ, ਜੀਨ ਜੋਗੇ ਨੂੰ। ਇਹਦੇ ਕੋਲ ਟਾਈਮ ਨਹੀਂ ਸੀ 2 ਮਿੰਟ ਵੀ ਆਪਣੀ ਭੈਣ ਦੀ ਲਾਸ਼ ਦੇਖ ਲੈਂਦਾ। ਉਹ 3 ਬੰਦੇ ਜਿਹੜੇ ਸੜਕ ਤੇ ਪਏ ਸੀ, ਇਹ ਨਹੀਂ ਗਿਆ, ਕੋਈ ਨਹੀਂ ਗਿਆ ਉੱਥੇ। ਮੇਰਾ ਭਾਂਜਾ ਤੇ ਮੇਰੀ ਭਾਂਜੀ ਦਾ ਘਰ ਵਾਲਾ ਤੇ ਉਹਦਾ ਬੱਚਾ ਜਿਹੜਾ ਆਟਿਸਟਿਕ ਹੈ, ਸਪੈਸ਼ਲ ਨੀਡ ਬੱਚਾ ਹੈ। ਉਹਨੂੰ ਪਤਾ ਨਹੀਂ ਕਿਵੇਂ ਗੱਡੀ ਚੋਂ ਕੱਢਿਆ। ਮੈਂ ਦੂਜੇ ਦਿਨ ਇੱਥੇ ਆਈ ਅਮਰੀਕਾ ਤੋਂ, ਉਸੇ ਟਾਈਮ ਚੜ੍ਹ ਕੇ, ਤੇ ਮੇਰੀ ਭਾਂਜੀ ਨੇ ਮੈਨੂੰ ਦੱਸਿਆ ਵੀ ਉਹਨੇ 3 ਬੰਦਿਆਂ ਨੂੰ ਦਾਗ ਉਹਨੇ ਲਾਇਆ ਕੁੜੀ ਹੋ ਕੇ। ਉਹਦੇ ਕੋਲ ਕੋਈ ਨਹੀਂ ਪਹੁੰਚਿਆ। ਉਹ ਮੈਨੂੰ ਕਹਿੰਦੀ, ਮਾਸੀ ਮੈਂ ਤੇਰੀ ਵੇਟ ਨਹੀਂ ਸੀ ਕਰ ਸਕਦੀ, ਕਿਉਂਕਿ ਉਹਨਾਂ ਦਾ ਬੱਚਿਆ ਹੀ ਕੱਖ ਨਹੀਂ ਸੀ। ਉਸ ਟਰੱਕ ਦੇ ਥੱਲੇ ਚਲੇ ਗਏ ਸੀ ਸਾਰੇ। ਇਹ ਨਹੀਂ ਆਇਆ, ਕੋਈ ਨਹੀਂ ਆਇਆ। ਮੈਂ ਅੱਜ ਇੱਥੇ ਤੁਹਾਡੇ ਕੋਲ ਇਸ ਲਈ ਆਈ ਹਾਂ, ਆਪਣੀ ਮਾਂ ਦੇ ਲਈ ਨਿਆਂ ਮੰਗਣ, ਜਸਟਿਸ ਮੰਗਣ। ਤੁਸੀਂ ਪ੍ਰੈਸ ਵਾਲੇ ਹੋ, ਮੈਂ ਪ੍ਰੈਸ ਦੇ ਵਿੱਚ ਬਹੁਤ ਬਿਲੀਵ ਕਰਦੀ ਹਾਂ, ਕਿਉਂਕਿ ਮੈਂ ਉਸ ਕੰਟਰੀ 'ਚ ਰਹਿੰਦੀ ਹਾਂ ਜਿੱਥੇ ਪ੍ਰੈਸ ਦੀ ਬਹੁਤ ਪਾਵਰ ਹੈ। ਔਰ ਪ੍ਰੈਸ ਦੁਨੀਆ ਦੇ ਅੱਗੇ, ਜਨਤਾ ਦੇ ਸਾਹਮਣੇ ਸੱਚਾਈ ਲਿਆਂਦਾ। ਹਮੇਸ਼ਾ ਮੈਂ ਇਹਨੂੰ ਬਿਲੀਵ ਕਰਦੀ ਹਾਂ, ਇਸ ਲਈ ਮੈਂ ਤੁਹਾਡੇ ਲੋਕਾਂ ਕੋਲ ਆਈ ਹਾਂ। ਮੈਂ ਬੜੀ ਕੋਸ਼ਿਸ਼ ਕੀਤੀ। ਮੈਂ ਇੱਥੇ 13 ਜਨਵਰੀ ਨੂੰ ਆਈ ਸੀ। ਮੈਂ 20 ਜਨਵਰੀ ਇਹਦੇ ਕੋਲ ਅੰਮ੍ਰਿਤਸਰ ਗਈ। ਮੈਨੂੰ ਪਤਾ ਲੱਗਾ ਕਿਸੇ ਤੋਂ ਵੀ ਉੱਥੇ ਹੈ, ਕਿਉਂਕਿ ਮੈਨੂੰ ਇਹਨੇ ਬਲੌਕ ਕੀਤਾ ਹੋਇਆ। ਮੇਰੇ ਕੋਈ ਟੈਲੀਫੋਨ ਦਾ ਜਵਾਬ ਨਹੀਂ, ਕੁਛ ਨਹੀਂ, WhatsApp ਕੁਛ ਨਹੀਂ। ਮੈਨੂੰ ਪਤਾ ਲੱਗਾ, ਮੈਂ ਉੱਥੇ ਗਈ ਵੀ ਮੈਂ ਇਹਦੇ ਨਾਲ ਗੱਲ ਕਰਕੇ, ਮੈਂ ਇਹਦੇ ਨਾਲ ਗੱਲ ਕਰਾਂ, ਸ਼ਹਿਰੀ ਕੀ ਕਰ ਰਿਹਾ ਬੇਟਾ, ਥੋੜੀ ਅਕਲਮੰਦੀ ਕਰੀਏ ਆਪਾਂ ਆਪਣਾ। ਮੈਂ ਆਪਣਾ ਚੱਗਾ ਨਾ ਚੱਕਾ, ਮੈਂ ਆਪਣਾ ਢਿੱਡ ਨਾ ਨੰਗਾ ਕਰਾਂ। ਪਰ ਇਹਨੇ ਮੈਨੂੰ ਅੰਦਰ ਨਹੀਂ ਵੜਨ ਦਿੱਤਾ। ਮੈਨੂੰ ਘਰ ਦੇ ਗੇਟ ਤੋਂ ਅੰਦਰ ਨਹੀਂ ਮੈਂ ਜਾ ਸਕੀ। ਮੈਨੂੰ ਕਹਿ ਦਿੱਤਾ ਗਿਆ ਵੀ ਤੁਸੀਂ ਅੰਦਰ ਨਹੀਂ ਜਾ ਸਕਦੇ। ਮੈਂ ਉੱਥੋਂ ਵਾਪਸ ਆ ਗਈ। ਤੇ ਹੁਣ ਮੇਰੇ ਕੋਲ ਕੋਈ ਚੁਆਇਸ ਨਹੀਂ, ਤਾਂ ਮੈਂ ਤੁਹਾਡੇ ਲੋਕਾਂ ਕੋਲ ਆਈ ਹਾਂ। ਤੁਹਾਨੂੰ ਮੈਟੀਰੀਅਲ ਇੱਥੇ ਪਿਆ ਮੇਰੇ ਕੋਲ, ਜਿਹਦੇ ਕਰਕੇ ਮੈਂ ਆਈ ਹਾਂ। ਤੁਸੀਂ ਸਾਰੇ ਲੈ ਸਕਦੇ ਹੋ, ਮੈਂ ਦਿੱਤਾ ਹੋਇਆ ਉਹਨਾਂ ਨੂੰ, ਬਾਅਦ 'ਚ ਤੁਸੀਂ ਸਾਰੇ ਲੈ ਸਕਦੇ ਹੋ। 1980 ਮੇਰੇ ਫਾਦਰ ਦੀ ਡੈਥ ਹੋਈ 1986 ਵਿੱਚ, ਤੇ ਇਹਨੇ ਮੇਰੀ ਮਦਰ ਨੂੰ ਉਸ ਤੋਂ ਬਾਅਦ, ਭੋਗ ਤੋਂ ਬਾਅਦ, ਇਹਨੇ ਕਲੀਅਰ ਕਰਤਾ ਵੀ ਤੇਰਾ ਇੱਥੇ ਕੱਖ ਨਹੀਂ ਹੈ, ਤੇਰਾ ਇੱਥੇ ਕੱਖ ਨਹੀਂ ਹੈ। ਜਿਹੜਾ ਘਰ ਉਹਨੇ ਆਪਣੇ ਤੇ ਉਹਦੇ ਘਰ ਵਾਲੇ ਨੇ ਆਪਣੇ ਖੂਨ ਪਸੀਨੇ ਨਾਲ ਕਮਾਇਆ ਸੀ। ਮੇਰੇ ਮਾਂ ਪਿਓ ਅਮੀਰ ਨਹੀਂ ਸੀ ਸ਼ੁਰੂ ਤੋਂ। ਬੜੀ ਜੱਦੋ-ਜਹਿਦ ਦੇਖੀ ਆ ਅਸੀਂ, ਦੇਖੀ ਆਪਣੀ ਮਾਂ ਨੂੰ ਨੌਕਰੀ ਕਰਦੇ, ਤੇ ਉਹਦੇ ਸਾਈਕਲ ਪਿੱਛੇ ਮੈਂ ਤੇ ਮੇਰੀ ਭੈਣ ਇੱਕ ਲੱਤ ਇੱਧਰ ਕਰਕੇ ਬਹਿੰਦੀਆਂ ਹੁੰਦੀਆਂ ਸੀ। ਅੱਗੇ ਉਹਦੇ ਟੋਕਰੀ ਹੁੰਦੀ ਸੀ, ਉਹ ਸਾਨੂੰ ਸਕੂਲ ਛੱਡ ਕੇ ਆਉਂਦੀ ਸੀ ਤੇ ਸ਼ਾਮ ਨੂੰ ਲੈ ਕੇ ਆਉਂਦੀ ਸੀ। ਮੇਰੇ ਫਾਦਰ ਪਟਿਆਲੇ ਆਪਣਾ ਲਾਅ ਕਰਦੇ ਹੁੰਦੇ ਸੀ ਤੇ ਇੱਕ ਛੋਟੇ ਜਿਹੇ ਕਮਰੇ 'ਚ ਰਹਿੰਦੇ ਸੀ, ਤੇ ਸਾਈਕਲ ਤੇ ਮੈਂ ਉਹਨੂੰ ਜਾਂਦੇ ਦੇਖਿਆ ਕਚਹਿਰੀ। ਫਿਰ ਉਸ ਤੋਂ ਬਾਅਦ ਟੁੱਟੇ ਹੋਏ ਸਕੂਟਰ ਤੇ ਜਾਂਦੇ ਦੇਖਿਆ ਉਹਨੂੰ।
ਸੋ ਉਹ ਘਰ ਜਿਹੜਾ ਉਹਨਾਂ ਨੇ ਆਪਣੀ ਮਿਹਨਤ ਨਾਲ ਬਣਾਇਆ ਸੀ, ਇਹਨੇ ਕਹਿਤਾ ਤੂੰ ਇੱਥੇ ਨਹੀਂ ਰਹਿ ਸਕਦੀ, ਤੇਰਾ ਇੱਥੇ ਕੱਖ ਨਹੀਂ ਹੈ। ਉਹ ਚੁੱਪ ਕਰ ਗਈ, ਉਹਨੇ ਨਹੀਂ ਇਹਨੂੰ ਕੁਝ ਕਿਹਾ। ਮੈਂ ਇਹਨੂੰ ਰਿਕੁਐਸਟ ਕੀਤੀ ਉਦੋਂ, ਮੈਂ ਕਿਹਾ ਸ਼ਹਿਰੀ ਬੇਟਾ ਏਦਾਂ ਕਰੋ, ਮੇਰੀ ਮਾਂ ਆਪਣੀ ਮਾਂ ਕੋਲ ਜਾਏਗੀ, ਉਹਦੇ ਕੋਲ ਹੋਰ ਕੋਈ ਜਗ੍ਹਾ ਨਹੀਂ, ਉਹਦੀ ਮਾਂ ਲੁਧਿਆਣੇ ਰਹਿੰਦੀ ਸੀ ਵਿਡੋ। ਮੈਂ ਕਿਹਾ ਬੇਟਾ ਗੱਡੀ ਭੇਜ ਦੇ ਤਾਂ ਕਿ ਮੇਰੀ ਮਾਂ ਦੀ ਇੰਨੀ ਇੱਜ਼ਤ ਹੈ ਜੀ ਆਪਣੇ ਦੋਨਾਂ ਦੀ ਮਾਂ ਦੀ, ਵੀ ਪਟਿਆਲੇ ਆਈ ਹੈ, ਪੁੱਤ ਨੇ ਗੱਡੀ 'ਚ ਭੇਜਿਆ ਆਪਣੀ ਮਾਂ ਨੂੰ। ਕਹਿੰਦਾ ਨਹੀਂ, ਇਹਦੇ ਲਈ ਕੱਖ ਨਹੀਂ ਹੈ, ਇਹ ਪੈਦਲ ਜਾਏ, ਇਹ ਬੱਸ 'ਚ ਜਾਏ, ਇਹਦੇ ਲਈ ਗੱਡੀ ਨਹੀਂ ਹੈ। ਉਹ ਗੱਡੀ 4655 ਮੈਨੂੰ ਅੱਜ ਵੀ ਯਾਦ ਹੈ, ਚਿੱਟੀ ਅੰਬੈਸਡਰ, ਪਹਿਲੀ ਗੱਡੀ ਜਿਹੜੇ ਮੇਰੇ ਮਾਂ ਪਿਓ ਦੀ ਸੀ। ਔਰ ਬਠਿੰਡੇ ਤੋਂ ਇੱਕ ਮੇਰੇ ਫਾਦਰ ਦੇ ਦੋਸਤ ਸੀ ਜਿਨ੍ਹਾਂ ਨੇ ਉਹਨਾਂ ਨੂੰ ਲੋਨ ਲੈ ਕੇ ਦਿੱਤਾ ਸੀ ਉਸ ਗੱਡੀ ਲਈ। ਮੈਂ ਕਿਹਾ ਠੀਕ ਹੈ ਬੇਟਾ, ਜਿੱਦਾਂ ਤੂੰ ਖੁਸ਼ ਹੈ। ਮੇਰੀ ਮਾਂ ਨੇ ਕਿਹਾ ਜਿੱਦਾਂ ਹੀ ਖੁਸ਼ ਹੈ ਬੱਬੀ। ਮੈਂ ਸੁਬਹ 6 ਵਜੇ ਉੱਠ ਕੇ ਆਪਣੀ ਮਾਂ ਨੂੰ ਪੈਦਲ ਮੈਂ ਲੈ ਕੇ ਗਈ, ਜਿੱਥੇ ਸਾਨੂੰ ਰਿਕਸ਼ਾ ਮਿਲੀ, ਰਿਕਸ਼ਾ ਲੈ ਕੇ ਮੈਂ ਉਹਨੂੰ ਬੱਸ ਚੜਾ ਕੇ ਆਈ। ਉਸ ਤੋਂ ਬਾਅਦ ਮੇਰੀ ਮਾਂ ਨੇ ਉਸ ਤੋਂ ਕਦੀ ਨਹੀਂ ਕੁਝ ਮੰਗਿਆ, ਨਾ ਅਸੀਂ ਕਦੀ ਭੈਣਾਂ ਨੇ ਕਦੀ ਕਹਿ ਦੇ ਵੀ ਮੇਰੇ ਤੋਂ ਇੱਕ ਧੇਲਾ ਵੀ ਮੰਗਿਆ। ਇਹਨੇ 1987 ਵਿੱਚ ਬਿਆਨ ਦਿੱਤਾ ਇੰਡੀਆ ਟੁਡੇ ਨੂੰ ਵੀ ਮੇਰੇ ਮਾਂ ਪਿਓ ਦੀ ਜੁਡੀਸ਼ੀਅਲ ਸੈਪਰੇਸ਼ਨ ਹੋਈ ਸੀ ਜਦੋਂ ਤਾਂ ਮੈਂ 2 ਸਾਲ ਦਾ। ਮੈਨੂੰ ਨਹੀਂ ਪਤਾ ਮੇਰੀਆਂ ਭੈਣਾਂ ਤੇ ਮਾਂ, ਆ ਮੈਂ ਫੋਟੋ ਦਿਖਾ ਰਹੀ ਹਾਂ ਤੁਹਾਨੂੰ, ਇਹ 2 ਸਾਲ ਦਾ ਲੱਗਦਾ ਤੁਹਾਨੂੰ? ਤੁਸੀਂ ਦੱਸ ਦੋ। ਇਹ ਅਸੀਂ ਭੈਣਾਂ, ਇਹ ਅਸੀਂ 2 ਭੈਣਾਂ, ਮੇਰਾ ਪਿਓ, ਆ ਮੈਂ ਆ ਮੇਰੀ ਭੈਣ ਇੱਧਰ, ਆ ਮੇਰੇ ਫਾਦਰ, ਆ ਸ਼ਹਿਰੀ ਹੈ, ਆ ਜਿਹੜਾ ਪਿੱਛੇ ਸਰਦਾਰ ਬੰਦਾ ਹੈ ਮੇਰੇ ਤਾਇਆ ਜੀ ਦਾ ਮੁੰਡਾ, ਜਿਹਦੇ ਵਿਆਹ ਤੇ ਫੋਟੋ ਲਿੱਤੀ ਗਈ ਹੈ, ਅਮਰਜੀਤ ਸਿੰਘ ਸਿੱਧੂ। ਇਹ 2 ਸਾਲ ਦਾ ਹੈ। ਹੋ ਸਕਦਾ ਮੇਰੀਆਂ ਅੱਖਾਂ ਨੂੰ ਭੁਲੇਖਾ ਪੈਂਦਾ ਹੋਵੇ। ਤੁਸੀਂ ਬਾਅਦ ਵਿੱਚ ਇਹਦੀ ਜਿੰਨੀ ਮਰਜ਼ੀ ਫੋਟੋ ਲੈ ਲਿਓ, ਮੈਂ ਇੱਥੇ ਰੱਖ ਜੂ, ਮੈਂ ਇੱਥੇ ਫੋਟੋ ਰੱਖ ਜਾਣੀ ਹੈ, ਤੁਸੀਂ ਲੈ ਲਿਓ ਇਹਦੀ ਫੋਟੋ ਸਾਰੇ ਜਾਣੇ ਜਿੱਦਾਂ ਵੀ ਲੈ ਲਿਓ। ਸੋ ਇਹਨੇ ਜਿਹੜਾ ਬਿਆਨ ਦਿੱਤਾ, ਮੇਰੀ ਮਾਂ ਇਹਦੇ ਕੋਲ ਗਈ ਲੁਧਿਆਣੇ ਤੋਂ, ਇਹਨੂੰ ਪੁੱਛਣ ਵੀ ਸ਼ਹਿਰੀ ਆ ਕੀ ਹੈ, ਤੂੰ ਝੂਠ ਕਿਉਂ ਬੋਲ ਰਿਹਾ? ਇਹ ਕਹਿੰਦਾ ਮੈਂ ਨਹੀਂ ਕਿਹਾ ਮੰਮੀ, ਇਹ ਕਿਸੇ ਹੋਰ ਨੇ ਕਿਹਾ। ਉਹ ਕਹਿੰਦੇ ਫਿਰ ਤੂੰ ਉਦੋਂ ਕਿਉਂ ਨਹੀਂ ਕਿਹਾ ਜਦ ਤੂੰ ਕੋਲ ਸੀ ਵੀ ਇਹ ਝੂਠ ਹੈ, ਤੂੰ ਚੁੱਪ ਕਿਉਂ ਰਿਹਾ? ਉਹ ਬਿਮਾਰ ਸੀ ਜਨਾਨੀ, ਉਹਨੂੰ ਡਾਇਬੀਟੀਜ਼ ਸੀ, ਉਹਦੀ ਅੱਖਾਂ ਤੇ ਬਹੁਤ ਅਸਰ ਸੀ, ਪਰ ਉਹਨੇ ਇਸ ਤੋਂ ਕਦੀ ਧੇਲਾ ਨਹੀਂ ਮੰਗਿਆ, ਨਾ ਇਹਨੇ ਕਦੀ ਉਹਨੂੰ ਦਿੱਤਾ। ਉਹ ਕਹਿੰਦੇ ਵੀ ਮੈਂ ਇਹ ਕਲੀਅਰ ਕਰਨਾ ਹੈ, ਮੈਂ ਕੋਰਟ ਵਿੱਚ ਜਾਊਂਗੀ। ਕਹਿੰਦਾ ਹਾਂ ਮਾਂ ਤੂੰ ਕੋਰਟ 'ਚ ਜਾ, ਮੈਂ ਤੇਰੇ ਨਾਲ ਜਾ ਕੇ ਕਹੂੰਗਾ ਵੀ ਇਹ ਝੂਠ ਹੈ। ਉਹ ਕਹਿੰਦੀ ਠੀਕ ਹੈ। ਉਹਨੇ ਕਚਹਿਰੀ 'ਚ ਦਿੱਲੀ ਕੋਰਟ 'ਚ ਕੇਸ ਕੀਤਾ ਇੰਡੀਆ ਟੁਡੇ ਤੇ। ਉਹ ਜਾਂਦੀ ਰਹੀ ਪੇਸ਼ੀ ਤੇ, ਹੀ ਨਹੀਂ ਗਿਆ, ਉਹਦੇ ਨਾਲ ਨਹੀਂ ਤੁਰਿਆ, ਉਹ ਕੱਲੀ ਜਾਂਦੀ ਰਹੀ। ਸੈਪਟੰਬਰ 1989 ਵਿੱਚ ਉਹ ਪੇਸ਼ੀ ਤੋਂ ਆ ਰਹੀ ਸੀ। ਮਾਫ ਕਰਿਓ, ਉਹਦੀ ਦਿੱਲੀ ਰੇਲਵੇ ਸਟੇਸ਼ਨ ਤੇ ਇੱਕ ਲਵਾਰਸ ਔਰਤ ਦੀ ਤਰ੍ਹਾਂ ਮੌਤ ਹੋ ਗਈ, ਜਿਹਦੇ ਕੋਲ ਕੋਈ ਉਹਦਾ ਘਰ ਵਾਲਾ ਬੱਚਾ ਨਹੀਂ ਸੀ, ਕੋਈ ਹੋਰ ਨਹੀਂ ਸੀ।
जद कि ਉਹਦੇ ਪੈਸੇ ਤੇ ਐਸ਼ ਕਰ ਰਿਹਾ ਸੀ ਕਿਉਂਕਿ ਉਹਨੂੰ ਹਿੱਸਾ ਨਾ ਦੇਣਾ ਪਏ, ਜਿਸ ਕਰਕੇ ਇਹਨੇ ਝੂਠ ਬੋਲਿਆ, ਜੋ ਮੈਂ ਸਮਝਦੀ ਹਾਂ। और रेलवे स्टेशन ते मर गई, गड्डी दी इंतजार करदी करदी। लवारस औरत नहीं सी ओ, साडी मां सी जिन्हों इन्हें लवारस बनाता। किस काम लई? पैसे पिछे, पैसे पिछे। ओ पैसे लखां तो तू अज करोड़ा बना ले शहरी, तू होर करोड़ा बना। मैनू तेरा पैसा नहीं, ये पैसे मामले नहीं है। मेरी मां ने नहीं तेरे तो एक तेला मंगया, मर गई, बीमार सी। मैनू तेरा पैसा नहीं चाहिए भरा, मेरे पुत्रा वर्गा जीन जो गया। मेरे लिए बड़ा औखा है अपने भरा लिए गल कहनी, पर इन्हें मैनू मजबूर करता। अब मेरे व्हाट्सएप पे कई मैसेज है जिहड़े मैनू भेजे टाइम तो टाइम भी शहरी तू जो कर रहा बहुत गलत कर रहा है, बेटा मेरे नाल बैठ के गल कर ले। इन्हें नहीं मैनू कोई जवाब दिता, इन्हें मैनू सगों ब्लॉक करता। मेरे को सारे जो तुम स्क्रीनशॉट चाहिए होंगे मैं तुम्हें सारे भेज सकती हूँ जो मैनू लिखिया। मैनू ਇਹਦਾ कोई जवाब नहीं आया। ਜਦੋਂ मेरी भैन की डेथ हुई, मेरी भांजी ने मैनू दसिया, मेरी भांजी कली सी, मैं उन्होंने अमरीका लै गई क्योंकि ਉਹਦਾ ਇੱਥੇ ਕੱਖ भी नहीं सी, ਉਹਦਾ ਬੱਚਾ स्पैशल नीड सी। ਉਹ ਹੁਣ अमरीका अपनी नौकरी करती है। इन्हें नहीं उन्होंने पूछा कभी भी। उन्हें मैनू दसिया मासी मम्मी कहती सी बड़े मम्मा, मेरी मम्मी नू बड़े मम्मा कहते सी, अपनी नानी नू भी बड़े मम्मा दी जिद्दां डेथ हुई है मेरी मम्मी वो लभ रही सी मैनू मिल जे कितों इंडिया टुडे तो। ते मैनू पूछा, मैं क्या अच्छा बेटा। उस तो बाद मैं सोचा मां का दुख हमेशा पुत ठीक करते हैं। बस कहने भी पुत जड़ा अपने मां प्यो की इज्जत रखते हैं, इन्हें नहीं रखी। जेड़ी मां ने अपनी जान ते खेल के इनू जन्म दिता, जिवें दसदा भी उन्होंने प्लेसेंटा प्रीविया सी मेरी मां नू, वो हस्पताल पई रही 4 महीने भी ए बच जे। इन्हें उन्होंने की दिता? नमोशी, बेइज्जती ते अल्टीमेटली ओदी मौत। ये ओदे पुत्त ने उन्होंने दिता जिन्हों असी रब तो दुआवां करके लिता सी, दोनों भैनां ने, मां ने, प्यो ने। सानू एक भरा दे दे, असी रखड़ी बन सकी, सानू एक पुत्त दे दे। ये उस पुत्त ने उन्होंने दिता ते सानू दिता। कदी इस तो पैसा तो नहीं किसी ने मंगे, इन्हू पूछो। और मेरी भांजी ने जब मैनू कहा, मैं फिर आर्टिकल लभना शुरू किया भी मैनू कितों मिले, क्योंकि मैं प्रूफ लियाना चाहती सी तुहाडे सब दे सामने। मैं शहरी नहीं हाँ जिहड़ा जो मुँह चाहे बोली जावा, मैं वो नहीं हाँ। मैं हर चीज़ का सबूत है मेरे को, जो कुछ मैं कह रही मैं वही नहीं बोलना। वो मैनू आर्टिकल बहुत देर बाद जाके लभा, ओदी कॉपी है, वो भी तुहानू सब नू मिल जाएगी जो इन्हें कहा। जो वो आर्टिकल मेरे को आया, मैं फिर इन व्हाट्सएप पे मैसेज भेजा, शहरी तो बहुत क्रूअल है, जो कुछ तो अपनी फैमिली नाल कर रहा, कभी तो सोचा तो की कर रहे हैं? इसका कोई जवाब नहीं। सो मेरे को फिर मैं जो मिलन गई हाँ 20 जनवरी ने दरवाजे नहीं खोले। हुण मैनू नहीं समझ आती मेरे को होर की रस्ता है भी मैं अपनी मां दे लई ओहदे दाम ते जिहड़े इन्हें धब्बा लाया मैं वो किद्दां क्लीयर करा। मेरे को एक सिर्फ प्रेस तुसी लोग हो जिहड़ी मेरी मदद कर सकते हो। इहदे तो आंसर लैण
ਮੈਨੂੰ ਪ੍ਰੂਫ ਦੇਵੇ ਜਿਹੜਾ ਇਹਨੇ ਕਿਹਾ, ਇੱਕ ਇੱਕ ਚੀਜ਼ ਦਾ ਤੁਹਾਨੂੰ ਪ੍ਰੂਫ ਦੇਵੇ ਜੋ ਇਹਨੇ ਕਿਹਾ। ਜਦੋਂ ਵੀ ਇਹ ਤੁਹਾਡੇ ਸਾਹਮਣੇ ਆਉਂਦਾ, ਮੈਂ ਇਹਦੀ ਦੇਖਦੀ ਹੁੰਦੀ ਹਾਂ ਨੈਟ ਤੇ ਕਈ ਵਾਰੀ ਕਾਨਫਰੰਸਿਸ, ਇਹਦੇ ਨਾਲ 10 ਕੁ ਬੰਦੇ ਬੈਠੇ ਹੁੰਦੇ ਆ, ਤੁਹਾਨੂੰ ਸਭ ਨੂੰ ਪਤਾ, ਢੇਰ ਲੱਗਿਆ ਹੁੰਦਾ ਕਾਗਜ਼ਾਂ ਦਾ, ਆਹ ਦੇਖੋ ਜੀ ਪ੍ਰੂਫ ਫਲਾਣੇ ਲਈ, ਆਹ ਦੇਖੋ ਜੀ ਮੈਂ ਤੁਹਾਨੂੰ ਪ੍ਰੂਫ ਦਿੰਦਾ, ਆਹ ਦੇਖੋ ਇੰਨੇ ਸਾਲ ਪੁਰਾਣਾ ਪ੍ਰੂਫ ਤੁਹਾਨੂੰ ਦਿੰਦਾ ਸਾਰਿਆਂ ਨੂੰ। ਹੁਣ ਤੁਸੀਂ ਪ੍ਰੂਫ ਦਵੋ, ਮੰਗੋ ਉਸ ਤੋਂ, ਜਿਹੜਾ ਤੁਹਾਨੂੰ ਦਿੰਦਾ ਹਮੇਸ਼ਾ ਪ੍ਰੂਫ ਲਿਆਓ, ਪ੍ਰੂਫ ਦਵੋ। ਜੇ ਮੈਨੂੰ ਦਵਾ ਸਕਦੇ ਹੋ ਮੇਰੀ ਮਾਂ ਦੇ ਲਈ ਨਿਆਂ, ਪਲੀਜ਼ ਮੇਰੀ ਹੱਥ ਜੋੜ ਕੇ ਬੇਨਤੀ ਹੈ ਤੁਹਾਨੂੰ ਸਭ ਨੂੰ, ਤੁਸੀਂ ਪ੍ਰੈਸ ਹੋ, ਤੁਸੀਂ ਇਹਨੂੰ ਬਣਾਇਆ ਇਹਦਾ ਪਰਸੋਨਾ, ਕਿਉਂਕਿ ਤੁਹਾਨੂੰ ਪਤਾ ਨਹੀਂ ਸੀ ਇਹ ਕੀ ਹੈ। ਮੈਂ ਤੁਹਾਨੂੰ ਦੋਸ਼ ਨਹੀਂ ਦੇ ਰਹੀ, ਤੁਸੀਂ ਇਹਦਾ ਹਰ ਅਕਸ਼ਰ ਜਿਹੜੇ ਇਹਨੇ ਕਿਹਾ ਤੁਸੀਂ ਉਹਨੂੰ ਬਾਏ ਕੀਤਾ ਵੀ ਇਹ ਸਹੀ ਹੈ, ਕਿਉਂਕਿ ਅਸੀਂ ਅਜੇ ਤੱਕ ਕਦੀ ਬੋਲੀਆਂ ਨਹੀਂ। ਮੈਂ 70 ਸਾਲ ਦੀ ਹਾਂ, ਮੇਰੇ ਲਈ ਬੜਾ ਔਖਾ ਹੈ ਗੱਲ ਕਰਨੀ, ਮੇਰੀ ਫੈਮਿਲੀ ਦੀ ਗੱਲ ਹੈ, ਪਰ ਇਹ ਮੇਰੀ ਮਾਂ ਦਾ ਸਵਾਲ ਹੈ, ਮੇਰੇ ਮਾਂ ਪਿਓ ਦੀ ਇੱਜ਼ਤ ਦਾ ਸਵਾਲ ਹੈ, ਜਿਹਦੇ ਕਰਕੇ ਮੈਨੂੰ ਇਹ ਸਟੈਪ ਲੈਣਾ ਪਿਆ ਤੁਹਾਡੇ ਲੋਕਾਂ ਦੇ ਸਾਹਮਣੇ। ਪਲੀਜ਼ ਪਲੀਜ਼ ਮੇਰੀ ਮਦਦ ਕਰੋ। ਜੇ ਇਹਨੂੰ ਕੋਈ ਵੀ ਗੱਲ ਹੈ, ਇਤਰਾਜ਼ ਹੈ, ਕੁਛ ਵੀ ਹੈ, ਤੁਹਾਡੇ ਲੋਕਾਂ ਦੇ ਸਾਹਮਣੇ ਮੇਰੇ ਨਾਲ ਡਿਬੇਟ ਕਰਨ ਨੂੰ ਤਿਆਰ ਆ, ਇਕੱਲੇ ਨਾਲ ਨਹੀਂ। ਹੁਣ ਟਾਈਮ ਚਲਾ ਗਿਆ, ਮੈਂ ਬੜੀ ਕੋਸ਼ਿਸ਼ ਕੀਤੀ ਵੀ ਮੇਰੇ ਕੱਲੀ ਨਾਲ ਤੂੰ ਗੱਲ ਕਰ ਲੈ ਪੁੱਤਰਾ। ਮੈਂ ਇਹਨੂੰ ਸ਼ਹਿਰੀ ਪੁੱਤ ਕਹਿੰਦੀ ਹਾਂ, ਮੈਂ ਤੇ ਮੇਰੀ ਭੈਣ ਨੇ ਕਦੀ ਇਹਨੂੰ ਭਰਾ ਨਹੀਂ ਕਿਹਾ, ਇਹ ਸਾਡਾ ਪੁੱਤਾਂ ਵਰਗਾ, ਬੜਾ ਕਿਹਾ ਇਹਨੂੰ ਸ਼ਹਿਰੀ ਪੁੱਤ ਨਾ ਕਰੇ ਤਾਂ ਥੋੜਾ ਜਿਹਾ ਸੋਚ ਲੈ, ਤੇਰੇ ਤੋਂ ਕੁਛ ਮੰਗਦਾ ਨਹੀਂ ਕੋਈ। ਇਹ ਕਹਿ ਦੇ ਇੱਕ ਵਾਰੀ ਵੀ ਮੇਰੀ ਮਾਂ ਨੇ ਜਾਂ ਭੈਣਾਂ ਨੇ ਇੱਕ ਧੇਲਾ ਵੀ ਮੰਗਿਆ। ਹਾਂ, ਇਹਨੂੰ ਕੋਈ ਚੀਜ਼ ਦੀ ਲੋੜ ਹੋਈ ਇਹਨੇ ਮੈਨੂੰ ਕਿਹਾ, ਮੈਨੂੰ ਭੇਜੀ ਹੈ। ਜਦੋਂ ਚੀਜ਼ ਭੇਜਦਾ ਫਿਰ ਇਹਦੇ WhatsApp ਤੇ ਮੈਸੇਜ ਆ, ਯੂ ਆਰ ਅ ਜੈਮ ਦੀਦੀ, ਉਦੋਂ ਮੈਂ ਜੈਮ ਹੋ ਗਈ, ਉਂਝ ਮੈਂ ਘਰ ਨਹੀਂ ਵੜ ਸਕਦੀ। ਠੀਕ ਹੈ, ਸੋ ਮੈਂ ਬੇਨਤੀ ਕਰ ਰਹੀ ਹਾਂ ਤੁਹਾਡੇ ਨਾਲ, ਤੇ ਨਾਲੇ ਮੈਂ ਪੰਜਾਬ ਦੀਆਂ ਸਾਰੀਆਂ ਮਾਵਾਂ ਭੈਣਾਂ ਨੂੰ ਅਪੀਲ ਕਰਦੀ ਹਾਂ, ਮੇਰੀ ਮਾਂ ਚਲੀ ਗਈ, ਮੇਰੀ ਭੈਣ ਚਲੀ ਗਈ, ਤੁਸੀਂ ਸਾਰੀਆਂ ਮੇਰੀਆਂ ਮਾਵਾਂ ਭੈਣਾਂ ਹੋ, ਜਿੱਥੇ ਕਿਤੇ ਤੁਹਾਨੂੰ ਮਿਲਦਾ ਹੈ ਪਲੀਜ਼ ਇਹਨੂੰ ਪੁੱਛੋ ਤੂੰ ਆਪਣੀ ਮਾਵਾਂ ਭੈਣਾਂ ਨਾਲ ਕੀ ਕੀਤਾ, ਕਿਉਂ ਕੀਤਾ। ਇੱਕ ਪੈਸੇ ਪਿੱਛੇ ਤੂੰ ਆਪਣੀ ਮਾਂ ਨੂੰ ਉਹਦਾ ਰਾਈਟਫੁਲ ਹੱਕ ਨਾ ਦੇਣਾ ਪਏ ਤਾਂ ਤੂੰ ਇਹ ਝੂਠ ਬੋਲਿਆ। ਓਏ ਪੈਸੇ ਪਿੱਛੇ ਤੂੰ ਉਹ ਆਪਣੀ ਮਾਂ ਨੂੰ ਕਹਿ ਦਿੰਦਾ, ਆਪਣੀਆਂ ਭੈਣਾਂ ਨੂੰ ਕਹਿ ਦਿੰਦਾ ਵੀ ਮੈਨੂੰ ਪੈਸੇ ਦੀ ਬਹੁਤ ਭੁੱਖ ਹੈ, ਮੈਂ ਤੁਹਾਨੂੰ ਨਹੀਂ ਦੇਣਾ ਕੁਛ ਵੀ, ਅਸੀਂ ਤੇਰੇ ਤੋਂ ਵਾਰ ਕੇ ਸੁੱਟ ਦਿੰਦੀਆਂ ਸ਼ੇਰੀ, ਅਸੀਂ ਹੁਣ ਵੀ ਤੇਰੇ ਤੋਂ ਵਾਰਿਆ ਹੋਇਆ, ਸਾਨੂੰ ਨਹੀਂ ਚਾਹੀਦਾ ਤੇਰਾ ਪੈਸਾ। ਇਹ ਪੈਸਾ ਮੇਰੇ ਮਾਂ ਦੇ ਖੂਨ ਨਾਲ ਰੰਗਿਆ ਹੋਇਆ ਜਿਹੜਾ ਅੱਜ ਇੰਜੋਏ ਕਰ ਰਹੀ। ਮੈਨੂੰ ਨਹੀਂ ਚਾਹੀਦਾ ਆਪਣੇ ਮਾਂ ਦੇ ਪਿਓ ਦੇ ਖੂਨ ਦਾ ਪੈਸਾ, ਮੈਨੂੰ ਨਹੀਂ ਚਾਹੀਦਾ। ਅਸੀਂ ਆਪਣੀ ਮਿਹਨਤ ਕਰਕੇ ਆਪਣਾ ਗੁਜ਼ਾਰਾ ਕਰ ਰਹੇ ਹਾਂ ਔਰ ਕਰਾਂਗੇ, ਪਰ ਮੈਨੂੰ ਜਵਾਬ ਲੈ ਦੋ ਰੱਬ ਦੇ ਪਾਸੇ। ਮੈਂ ਸਿਰਫ ਤੁਹਾਨੂੰ ਇੰਨੀ ਗੁਜ਼ਾਰਿਸ਼ ਕਰਨੀ ਹੈ, ਇਸ ਲਈ ਮੈਂ ਇੱਥੇ ਆਈ ਹਾਂ ਤੇ ਆਪਣਾ ਮੈਂ ਚੰਗਾ ਚੱਕਿਆ। ਇੱਕ ਅਖੀਰੀ ਗੱਲ ਮੈਂ ਜ਼ਰੂਰ ਕਹਿਣਾ ਚਾਹੂੰਗੀ, ਉਹ ਜੀਣ ਜੋ ਗਿਆ ਮੇਰੇ ਭਰਾਵਾ, ਮੇਰੇ ਪੁੱਤਰਾ, ਇੱਕ ਘਰ ਤਾਂ ਡੈਨ ਵੀ ਛੱਡ ਦਿੰਦੀ ਹੈ, ਉਹ ਇੱਕ ਘਰ ਤਾਂ ਪੁੱਤਰਾ ਡੈਨ ਵੀ ਛੱਡ ਦਿੰਦੀ ਹੈ, ਤੇ ਤੂੰ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਸੁਣਨ ਲਈ। ਮੈਂ ਹੋਰ ਤੁਹਾਨੂੰ ਕੁਛ ਨਹੀਂ ਕਹਿਣਾ ਚਾਹੁੰਦਾ। ਸੁਮਨ ਜੀ, ਇੱਕ ਸਵਾਲ ਹੈ ਕਿ ਹੁਣ ਇਲੈਕਸ਼ਨ ਦਾ ਸਮਾਂ ਹੈ, ਤੁਸੀਂ ਸਾਹਮਣੇ ਆ ਰਹੇ ਸੀਗੇ, ਪਹਿਲਾਂ ਕਿਉਂ ਨਹੀਂ? ਜੇ ਤੁਸੀਂ ਸੁਣਿਆ ਜੋ ਮੈਂ ਕਿਹਾ, ਮੈਂ ਬਿਨਾਂ ਪ੍ਰੂਫ ਤੋਂ ਨਹੀਂ ਆਣਾ ਚਾਹੁੰਦੀ। ਮੈਨੂੰ ਆਰਟੀਕਲ ਹੁਣ ਲੱਭਾ, ਉਹ ਆਰਟੀਕਲ, ਫਿਰ ਮੈਂ ਇਹਦੇ ਕੋਲ ਗਈ ਹਾਂ 20 ਤਰੀਕ ਇਹਦੇ ਨਾਲ ਗੱਲ ਕਰਨ ਲਈ,
ਵੀ ਮੈਨੂੰ ਇਹ ਕੰਮ ਕਰਨਾ ਨਾ ਪਏ ਜਿਹੜਾ ਮੈਂ ਹੁਣ ਕਰ ਰਹੀ ਹਾਂ। ਤੁਹਾਨੂੰ ਮੈਂ ਪਹਿਲਾਂ ਦੱਸਿਆ, ਇਹਨੇ ਆਪਣੇ ਘਰ ਦੇ ਦਰਵਾਜ਼ੇ ਬੰਦ ਕੀਤੇ ਹੋਏ ਹੈ। ਇਹਦੇ ਨੌਕਰ ਤੱਕ ਘਰ ਦਾ ਦਰਵਾਜ਼ਾ ਨਹੀਂ ਖੋਲਦੇ ਮੈਨੂੰ। ਔਰ ਇਹ ਪਹਿਲੀ ਵਾਰੀ ਨਹੀਂ ਹੈ, ਬੜੇ ਸਾਲਾਂ ਤੋਂ ਇਹ ਚੱਲ ਰਿਹਾ ਹੈ। ਮੈਂ ਨਹੀਂ ਬੋਲੀ ਵੀ ਸ਼ਾਇਦ ਇਹਨੂੰ ਅਕਲ ਆ ਜੇ। ਨਾਲੇ ਮੇਰੇ ਕੋਲ ਪ੍ਰੂਫ ਹੋਣਾ ਚਾਹੀਦਾ ਹੈ। ਮੈਂ ਬਿਨਾਂ ਪ੍ਰੂਫ ਤੋਂ ਨਹੀਂ ਕੁਝ ਕਹਿਣਾ ਚਾਹੁੰਦੀ। ਮੰਗ ਕੀ ਕਰ ਰਹੇ ਹੋ ਕਿ ਹੁਣ ਇਲੈਕਸ਼ਨਸ ਆ ਚੁੱਕੇ ਨੇ ਕਿ ਲੋਕੀ ਇਹਨਾਂ ਨੂੰ ਪੁੱਛਣ ਕਿ ਤੁਸੀਂ ਕੀ ਕੀਤਾ ਆਪਣੀ ਮਾਂ ਭੈਣ ਦੇ ਨਾਲ। ਮੈਂ ਪੋਲੀਟੀਕਲ ਬੰਦਾ ਨਹੀਂ ਹਾਂ। ਮੈਂ ਤੁਹਾਨੂੰ ਪਹਿਲਾਂ ਕਿਹਾ, ਮੇਰਾ ਕਿਸੇ ਪੋਲੀਟੀਕਲ ਪਾਰਟੀ ਨਾਲ ਕੋਈ ਕੰਸਰਨ ਨਹੀਂ ਹੈ। ਇਹ ਮੇਰਾ ਫੈਮਿਲੀ ਮੈਟਰ ਹੈ। ਮੈਨੂੰ ਉਹਦੇ ਲਈ ਹੈਲਪ ਚਾਹੀਦੀ ਹੈ ਵੀ ਜੋ ਕੁਛ ਇਹਨੇ ਆਪਣੀ ਮਾਂ ਲਈ ਝੂਠ ਬੋਲਿਆ, ਮੈਨੂੰ ਉਹਦਾ ਪ੍ਰੂਫ ਦਵੇ। ਸਟੇਟਮੈਂਟ ਐਕਚੁਅਲੀ ਦੱਸ ਦਿਓ, ਐਕਚੁਅਲੀ ਕਲੀਅਰ ਨਹੀਂ ਹੋ ਪਾਇਆ। ਮੰਗ ਕੀ ਮੈਨੂੰ ਪ੍ਰੂਫ ਦਵੇ। ਇਹਨੇ ਲਿਖਿਆ, ਇਹਨੇ ਕਿਹਾ ਮੇਰੇ ਮਾਂ ਪਿਓ ਦੀ ਜੁਡੀਸ਼ੀਅਲ ਸੈਪਰੇਸ਼ਨ ਹੋਈ ਹੈ ਜਦੋਂ ਮੈਂ 2 ਸਾਲ ਦਾ ਸੀ। ਮੇਰੀਆਂ ਮਾਵਾਂ ਭੈਣਾਂ ਨਾਲ ਮੇਰਾ ਕੋਈ ਰਿਸ਼ਤਾ ਨਹੀਂ ਹੈ। ਆਹ ਫੋਟੋ ਮੈਂ ਤੁਹਾਨੂੰ ਤਾਂ ਦਿਖਾਈਏ 2 ਸਾਲ ਦਾ। ਇਹ ਦੇਖ, ਉਸ ਕਰਕੇ ਮੇਰੀ ਮਾਂ ਕਚਹਿਰੀ 'ਚ ਗਈ ਸੀ ਵੀ ਤੂੰ ਕਿਉਂ ਝੂਠ ਬੋਲ ਰਿਹਾ ਹੈ। ਔਰ ਮੈਂ ਸੋਚਦੀ ਇਹਨੇ ਸਿਰਫ ਪੈਸੇ ਪਿੱਛੇ ਉਹ ਬਿਆਨ ਦਿੱਤਾ ਸੀ ਵੀ ਮੇਰੀ ਮਾਂ ਜਿਹੜੀ ਹੈ ਉਹਨੂੰ ਮੈਂ ਜਦਾਦ ਚੋਂ ਕੱਢ ਦੂੰ। ਉਹਨੇ ਨਹੀਂ ਦਿੱਤਾ, ਇਹਨੇ ਜਦਾਦ ਚੋਂ ਕੱਢਿਆ ਉਹਨੂੰ। ਉਹਨੇ ਮੰਗਿਆ ਨਹੀਂ, ਅਸੀਂ ਨਹੀਂ ਮੰਗਿਆ। ਸੋ ਮੈਂ ਤੁਹਾਨੂੰ ਦੱਸਦਾ ਸਾਰਾ ਵੀ ਮੈਂ ਆਪਣੀ ਮਾਂ ਨੂੰ ਸੜਕ ਤੇ ਪੈਦਲ ਲੈ ਕੇ ਗਈ ਹਾਂ, ਬੱਸ ਵਿੱਚ, ਜਦ ਕਿ ਇਹਨੇ ਨਾ ਕਰਤੀ। ਹੋਰ ਮੈਨੂੰ ਨਹੀਂ ਸਮਝ ਆਉਂਦੀ ਮੈਂ ਕੀ ਕਰਾਂ। ਜਦੋਂ ਇਤਨੇ ਸਾਲ ਪਹਿਲੇ ਹੀ ਉਹਨਾਂ ਨੇ ਸੈਪਰੇਸ਼ਨ ਕਰ ਦਿੱਤਾ ਤੇ ਉਹ ਅੱਜ ਉਹਦੇ ਆਰੋਪ ਦੀ ਕੀ ਗੱਲ ਹੈ? ਕੀ ਗੱਲ ਜੀ? ਮਾਮਲਾ ਤਾਂ ਬਹੁਤ ਪੁਰਾਣਾ ਹੈ। ਹਾਂਜੀ, ਸੈਪਰੇਸ਼ਨ ਵੀ ਉਹ ਬਹੁਤ ਪੁਰਾਣੀ ਹੋਗੀ, ਹੋਈ ਨਹੀਂ। ਤੁਸੀਂ ਗੱਲ ਸਮਝਣ ਦੀ ਕੋਸ਼ਿਸ਼ ਕਰੋ। ਮੈਂ ਜੋ ਕਹਿ ਰਹੀ ਹਾਂ, ਮੈਨੂੰ ਪ੍ਰੂਫ ਦਵੇ ਸੈਪਰੇਸ਼ਨ ਦਾ ਜਿਹੜਾ ਇਹਨੇ ਕਿਹਾ। ਝੂਠ ਬੋਲਿਆ ਆਪਣੀ ਮਾਂ ਨੂੰ ਜਦਾਦ ਤੋਂ ਬੇਦਖਲ ਆਪਣੀਆਂ ਭੈਣਾਂ ਨੂੰ ਕਰਨ ਲਈ। ਮੈਂ ਉਹ ਪ੍ਰੂਫ ਮੰਗ ਰਹੀ ਹਾਂ, ਦਵੇ ਮੈਨੂੰ ਪ੍ਰੂਫ ਜਿਹੜਾ ਮੇਰੀ ਮਾਂ ਮੰਗਦੀ ਸੀ, ਜਿਹਦੇ ਲਈ ਉਹਨੇ ਕੇਸ ਕੀਤਾ। ਇਹ ਦਵੇ ਪ੍ਰੂਫ। ਕਿਉਂ ਨਹੀਂ ਗਿਆ ਉਹਦੇ ਨਾਲ? ਮੈਨੂੰ ਪ੍ਰੂਫ ਲੈ ਦਿਓ ਪਲੀਜ਼, ਰੱਬ ਦੇ ਬਸ। ਜੇ ਮੇਰੀ ਮਾਂ ਦੀ ਇੱਜ਼ਤ ਜਿਹਦੇ ਲਈ ਉਹਨੇ ਆਪਣੀ ਜਾਨ ਦਿੱਤੀ, ਮੈਂ ਸਿਰਫ ਉਹਦਾ ਨਬੇੜਾ ਚਾਹੁੰਦੀ ਹਾਂ। ਮੈਨੂੰ ਕੱਖ ਨਹੀਂ ਚਾਹੀਦਾ। ਸਿੱਧੂ ਸਾਹਿਬ ਨੇ ਕਿਹਾ ਇਹ ਬਿਆਨ ਪਹਿਲੀ ਵਾਰ ਦਿੱਤਾ। ਬੇਟਾ ਮੇਰੀ ਗੱਲ ਸੁਣੋ, ਮੇਰੀ ਗੱਲ ਮੈਨੂੰ ਨੌਲੇਜ ਹੈ ਮੈਂ ਤੁਹਾਨੂੰ ਦੱਸਦਾ। ਇਹ ਹੁਣ ਤੁਸੀਂ ਪ੍ਰੈਸ ਵਾਲਿਓ, ਤੁਹਾਡੇ ਕੋਲ ਬਹੁਤ ਪਾਵਰ ਹੈ। ਇਹ ਹੁਣ ਤੁਸੀਂ ਦੇਖ ਲਓ, ਪਹਿਲਾਂ ਦਿੱਤਾ, ਬਾਅਦ ਚ ਦਿੱਤਾ, ਕਿੰਨੇ ਦਿੱਤੇ ਮੈਨੂੰ ਨਹੀਂ। ਜਿਹੜੀ ਚੀਜ਼ ਮੈਂ ਤੁਹਾਨੂੰ ਉਹ ਦੱਸਣੀ ਹੈ ਜਿਹੜੀ ਮੈਨੂੰ ਪਤਾ। ਮੈਂ ਸ਼ਹਿਰੀ ਨਹੀਂ ਹਾਂ ਜਿਹੜਾ ਐਵੇਂ ਝੂਠ ਬੋਲੀ ਜਾਵਾਂ। ਨਹੀਂ, ਇਹ ਸਵਾਲ ਇਸ ਲਈ ਪੁੱਛਿਆ ਗਿਆ ਜੀ ਕਿ ਇਹ ਪੁਰਾਣਾ ਹੈ ਨया ਹੈ। ਇਹ ਜੇ ਕਿਧਰੇ ਪੁਰਾਣਾ ਹੈ ਤਾਂ ਉਹਦੀ ਅੱਜ ਵਜ੍ਹਾ ਕੀ ਹੈ ਡਿਸਕਲੋਜ਼ ਕਰਨ ਦੀ? ਫਿਰ ਉਹੀ ਗੱਲ, ਤਾਂ ਉਹ ਅੱਜ ਪਤਾ ਇਹ ਡਿਸਕਲੋਜ਼ ਹੋਈ ਹੈ। ਮੇਰੀ ਮਾਂ ਨੇ ਕੇਸ ਕੀਤਾ ਹੋਇਆ, ਉਹ ਮਰ ਗਈ। ਮੈਂ ਹੁਣ ਨਹੀਂ ਡਿਸਕਲੋਜ਼ ਕਰ ਰਹੀ। ਮੈਂ ਉਹ ਪੁਰਾਣਾ ਮੁੱਦਾ ਜਿਹਦੇ ਕਰਕੇ ਉਹ ਲਵਾਰਸਾਂ ਦੀ ਤਰ੍ਹਾਂ ਮਰ ਗਈ, ਮੈਂ ਉਹਨੂੰ ਦੁਬਾਰਾ ਚੱਕ ਰਹੀ ਹਾਂ, ਜਿਹੜਾ ਉਹ ਚਾਹੁੰਦੀ ਸੀ ਵੀ ਮੇਰਾ ਨਾਮ ਕਲੀਅਰ ਹੋ। ਕਹਿਣ ਦਾ ਮਤਲਬ ਹੈ 1987 ਚ ਇੱਕ ਆਰਟੀਕਲ ਛਪਦਾ ਹੈ, ਹਾਂਜੀ, ਜਿਸ ਦੇ ਵਿੱਚ ਇਹ ਕਹਿੰਦੇ ਨੇ ਕਿ 2 ਸਾਲ ਦਾ ਜਦੋਂ ਮੈਂ ਸੀ ਉਦੋਂ ਸੈਪਰੇਸ਼ਨ ਹੋ ਗਈ। ਹਾਂ, ਲੇਕਿਨ ਇਹ ਝੂਠੀ ਸਟੇਟਮੈਂਟ ਸੀ ਤੁਹਾਡੀ ਮਾਂ ਨੂੰ ਔਰ ਤੁਹਾਨੂੰ ਜਿਹੜਾ ਜਾਇਦਾਦ ਤੋਂ ਬੇਦਖਲ ਕਰਨ ਦੇ ਲਈ, ਤੇ ਉਹਦਾ ਹੁਣ ਤੁਸੀਂ ਪ੍ਰੂਫ ਮੰਗ ਰਹੇ ਹੋ ਕਿ ਇਹ ਝੂਠੀ ਸਟੇਟਮੈਂਟ? ਹਾਂਜੀ, ਬਸ। ਮੈਂ ਪੁੱਛ ਰਿਹਾ ਜੀ ਅੱਜ ਕਿਉਂ ਦੇ ਰਹੇ ਸਟੇਟਮੈਂਟ? ਹਾਂਜੀ, ਅੱਛਾ, ਇਹ ਸਟੇਟਮੈਂਟ ਤੁਸੀਂ ਅੱਜ ਕਿਉਂ ਦੇ ਰਹੇ ਹੋ? ਮੈਨੂੰ ਜਦੋਂ ਭਾਈ ਸਾਹਿਬ ਉਹ ਲਿੰਕ ਮਿਲੇਗਾ ਮੈਂ ਤਾਂ ਹੀ ਤੁਹਾਨੂੰ ਦੱਸੂਗੀ। ਜੇ ਮੇਰੇ ਹੱਥ 'ਚੋਂ ਹੈ ਹੀ ਨਹੀਂ ਇਹਦਾ ਸਟੇਟਮੈਂਟ। ਤੁਸੀਂ ਕੋਈ ਕਾਨੂੰਨੀ ਕਾਰਵਾਈ ਕਰ ਰਹੇ ਹੋ? ਤੁਸੀਂ ਕਹਿ ਰਹੇ ਹੋ ਮੈਂ ਕੁਛ ਨਹੀਂ ਕਰ ਰਹੀ, ਮੇਰੀ ਮਾਂ ਨੇ ਕੀਤੀ। ਮੈਂ ਤੁਹਾਡੇ ਕੋਲ ਪਹਿਲੀ ਵਾਰੀ ਆਈ ਹਾਂ ਹੁਣ, ਕਿਉਂਕਿ ਮੈਨੂੰ ਆਰਟੀਕਲ ਹੁਣ ਮਿਲਿਆ, ਮੈਂ ਲੱਭ ਰਹੀ ਸੀ। ਇਹ 87 ਦਾ ਆਰਟੀਕਲ ਹੈ ਜੀ, 87 ਦਾ। ਇਹ ਸਾਰੇ ਤੁਸੀਂ ਕਾਪੀ ਲੈ ਸਕਦੇ ਹੋ, ਸਾਰਿਆਂ ਦੇ ਕੋਲ ਕਾਪੀ ਹੈ। ਇਹ ਨੇ ਇੰਡੀਆ ਟੁਡੇ ਨੂੰ ਦਿੱਤੀ ਹੈ।
ਜਿਹਦੇ ਚ ਇਹਨੇ ਕਿਹਾ ਮੈਂ 2 ਸਾਲ ਦਾ ਸੀ ਜਦੋਂ ਮੇਰੇ ਮਾਂ ਪਿਓ ਦੀ ਸੈਪਰੇਸ਼ਨ ਹੋ ਗਈ ਤੇ ਮੇਰੀ ਮਾਂ ਤੇ ਭੈਣਾਂ ਨਾਲ ਮੇਰਾ ਕੋਈ ਲਿੰਕ ਨਹੀਂ ਹੈ। ਮੈਡਮ ਤੁਹਾਨੂੰ ਇਹ ਪਤਾ ਹੈ ਇਸ ਦੇ ਨਾਲ ਨਵਜੋਤ ਸਿੰਘ ਸਿੱਧੂ ਦਾ ਕਿੰਨਾ ਵੱਡਾ ਨੁਕਸਾਨ ਹੋ ਜਾਏਗਾ? ਤੁਹਾਨੂੰ ਇਸ ਚੀਜ਼ ਦੀ ਗੱਲ ਸਮਝ ਹੈ ਵੀ ਜਿਹੜੀ ਤੁਸੀਂ ਸਟੇਟਮੈਂਟ ਦੇ ਰਹੇ ਹੋ ਇਸ ਦੇ ਨਾਲ ਨਵਜੋਤ ਸਿੰਘ ਸਿੱਧੂ ਦਾ ਕਿੰਨਾ ਵੱਡਾ ਨੁਕਸਾਨ ਹੋਵੇਗਾ? ਤੁਸੀਂ ਮੇਰੇ ਤੋਂ ਇਹ ਸਵਾਲ ਪੁੱਛਣ ਦੀ ਬਜਾਏ ਤੁਸੀਂ ਨਵਜੋਤ ਸਿੰਘ ਨੂੰ ਪੁੱਛ ਸਕਦੇ ਹੋ ਵੀ ਜਦ ਤੇਰੀ ਭੈਣ ਤੈਨੂੰ ਮਿਲਣ ਆਈ ਸੀ, ਜਦ ਤੇਰੀ ਭੈਣ ਤੈਨੂੰ WhatsApp ਤੇ ਮੈਸੇਜ ਭੇਜਦੀ ਸੀ ਵੀ ਤੂੰ ਕੀ ਕਰ ਰਿਹਾ ਆਪਣੀ ਫੈਮਿਲੀ ਨਾਲ। ਯੂ ਆਰ ਅ ਕਰੂਅਲ ਪਰਸਨ, ਵਾਟ ਯੂ ਆਰ ਡੂਇੰਗ ਟੂ ਯੂਰ ਫੈਮਿਲੀ। ਜਦੋਂ ਤੂੰ ਆਪਣੀਆਂ ਭੈਣਾਂ ਨੂੰ ਨੌਕਰਾਂ ਦੇ ਹੱਥ ਜਾਂ ਜਸਬੀਰ ਕੌਰ ਕਹਿ ਦਿੰਦੀ ਸੀ ਮੈਂ ਸੁੱਤੀ ਪਈ ਆ, ਚਾਬੀ ਨਹੀਂ ਮੈਂ ਦੇਣੀ, ਦਰਵਾਜ਼ਾ ਨਹੀਂ ਖੁੱਲਣਾ, ਤੂੰ ਉਹਦਾ ਕੁਝ ਕੀਤਾ ਸੀ ਵੀ ਉਦੋਂ? ਇਹ ਕੁਐਸਚਨ ਤੁਸੀਂ ਉਹਨੂੰ ਪੁੱਛੋ, ਮੈਨੂੰ ਪੁੱਛਣ ਦੀ ਬਜਾਏ। ਮੈਨੂੰ ਮਜਬੂਰ ਕੀਤਾ ਗਿਆ, ਮੈਂ ਕਿਸੇ ਇਲੈਕਸ਼ਨ ਵਿੱਚ ਨਹੀਂ ਹਾਂ। ਤੁਹਾਨੂੰ ਜਸਬੀਰ ਕੌਰ ਨਹੀਂ ਪਤਾ ਜਿਹੜੀ ਉਸ ਘਰ ਦੀ ਸਭ ਕੁਝ ਹੈ? ਇਹਦੀ ਸੱਸ ਜਿਹਦੇ ਕਰਕੇ ਕੋਈ ਚੱਲਦਾ ਹੀ ਨਹੀਂ, ਤੁਹਾਨੂੰ ਉਹਦਾ ਨਹੀਂ ਪਤਾ? ਉਹਦੇ ਬਿਨਾ ਕੋਈ ਚੱਲ ਨਹੀਂ ਸਕਦਾ, ਘਰ ਚ ਵੜ ਨਹੀਂ ਸਕਦਾ। ਮੈਮ ਵੀ ਵੁੱਡ ਲਾਈਕ ਟੂ ਨੋ ਪ੍ਰੋਪਰਟੀ ਦਾ ਕੀ ਵੈਲਿਊ ਸੀ? ਮੈਂ ਕੁਝ ਨਹੀਂ ਜਾਣਦੀ ਭਾਈ ਸਾਹਿਬ। ਚੀਜ਼ਾਂ ਸੀਗੀਆਂ, ਘਰ ਸੀ, ਜ਼ਮੀਨ ਸੀ ਭਾਈ ਸਾਹਿਬ, ਜਿਹਦੇ ਤੋਂ ਮੈਂ ਕੁਝ ਨਹੀਂ, ਮੈਨੂੰ ਵੈਲਿਊ ਦਾ ਪਤਾ। ਅਸੀਂ ਕਦੀ ਇਦਾਂ ਸੋਚਿਆ ਨਾ, ਮੇਰੀ ਮਾਂ ਨੇ ਕਦੀ ਸੋਚਿਆ। ਮੈਨੂੰ ਇਹ ਪਤਾ ਹੈ ਘਰ ਸੀ, ਕੋਠੀ ਸੀ, ਜਾਇਦਾਦ ਸੀ, ਹੋਰ ਸੀ, ਜ਼ਮੀਨ ਸੀ। ਮੈਨੂੰ ਨਹੀਂ ਪਤਾ ਉਹਦੀ ਕੀ, ਮੇਰੇ ਪਿਓ ਦੀ ਪੈਨਸ਼ਨ ਪਈ ਸੀ, ਜ਼ਮੀਨ ਕਿੱਥੇ ਸੀ, ਕਿੰਨੀ ਸੀ? ਮੇਰੇ ਦਾਦਕੇ ਨਾਭੇ ਦੇ ਸੀ, ਮੈਨੂੰ ਨਹੀਂ ਇੰਨੀ ਡਿਟੇਲ ਪਤਾ। ਉਹਦੇ ਨੇੜੇ ਤੇੜੇ ਹੋਣੀ। ਵਨ ਹਾਊਸ ਯੂ ਹੈਵ ਇਨ ਪਟਿਆਲਾ ਵਿਚ ਹਾਂਜੀ, ਜਿਹੜੇ ਮੇਰੇ ਮਾਂ ਪਿਓ ਨੇ ਆਪ ਬਣਾਇਆ। ਠੀਕ ਹੈ। ਸੋ ਇਹਨੇ ਹੁਣ ਵੀ ਜਗਬਾਣੀ ਨੂੰ 5-6 ਦਿਨ ਹੋਇਆ ਇੱਕ ਬਣਾਈਏ ਟੇਪ ਦਿੱਤੀ ਹੈ, ਇਹਨੇ ਇੰਟਰਵਿਊ ਦਿੱਤੀ ਹੈ, ਮੈਂ ਇੱਥੇ ਸੀ ਜਦੋਂ ਇਹਨੇ ਕੀਤੀ ਹੈ। ਉਹਦੇ 'ਚ ਵੀ ਜੋ ਕੁਛ ਇਹਨੇ ਕਿਹਾ ਆਪਣੇ ਮਾਂ ਪਿਓ ਬਾਰੇ 100% ਝੂਠ, 120% ਝੂਠ। ਉਹਦੇ ਚ ਕੀ ਆਖਿਆ ਜੀ? ਇਹ ਤੁਸੀਂ ਦੇਖੋ, ਤੁਸੀਂ ਮੀਡੀਆ ਵਾਲਿਓ ਦੇਖ ਲਓ, ਜਗਬਾਣੀ ਦੇ YouTube ਤੇ ਕੱਢ ਲਓ। ਸੁਮਨ ਜੀ, ਇਹ ਆਰਟੀਕਲ ਤੁਸੀਂ ਕਿੱਦਾਂ ਤੁਹਾਨੂੰ ਮਿਲਿਆ ਹੈਗਾ? ਕਿੰਨੀ ਮੁਸ਼ਕਲ ਕਰਨੀ ਪਈ? ਕੋਈ ਆਰਟੀਕਲ ਲਾਈ ਸੀ ਜਾਂ ਮੈਨੂੰ ਤੋਂ ਜਾ ਕੇ ਲੈ ਕੇ ਆਏ? ਮੈਨੂੰ ਇਹਦੇ ਲਈ ਬਹੁਤ ਮੁਸ਼ਕਲ ਕਰਨੀ ਪਈ। ਜਦੋਂ ਮੇਰੀ ਭੈਣ ਦੀ ਡੈਥ ਹੋਈ 13 ਦੇ ਵਿੱਚ, ਮੈਨੂੰ ਕਿਸੇ ਨੇ E9 ਦੀ ਨਿਊਜ਼ ਦੇ ਵਾਲਿਆਂ ਦੇ ਨਾਲ ਮਿਲਾਇਆ। ਮੈਂ ਨਹੀਂ, ਉਹਨਾਂ ਨੇ ਮੇਰੀ ਇੰਟਰਵਿਊ ਲਈ, ਇਹਨਾਂ ਨੇ ਉਦੋਂ। ਮੈਂ ਨਹੀਂ ਆਪਣੇ ਭਰਾ ਦੇ ਬਾਰੇ ਕੁਝ ਕਿਹਾ। ਮੈਂ ਉਹਨੂੰ ਕਿਹਾ ਇਹਨਾਂ ਨੂੰ ਵੀ ਮੈਨੂੰ ਕੋਈ ਇੰਡੀਆ ਟੁਡੇ ਦਾ ਬੰਦਾ ਮਿਲ ਸਕਦਾ? ਮੈਂ ਇੰਡੀਆ ਟੁਡੇ ਤੋਂ ਆਪਣੇ ਭਰਾ ਦਾ ਇੰਟਰਵਿਊ ਕੱਢਣਾ। ਉਹਨੇ ਮੈਨੂੰ ਇੰਡੀਆ ਟੁਡੇ ਵਾਲੇ ਦਾ ਨੰਬਰ ਭੇਜਿਆ। ਉਹ ਬੰਦੇ ਨੇ ਮੈਨੂੰ ਲਿੰਕ ਦਿੱਤਾ ਇੰਡੀਆ ਟੁਡੇ ਦਾ ਪੁਰਾਣਾ, ਵੀ ਤੁਸੀਂ ਜੀ 86 ਤੋਂ, ਮੈਂ ਕਿਹਾ ਸੀ 86 ਤੋਂ ਮੈਨੂੰ ਲਿੰਕ ਭੇਜੋ ਤਾਂ ਕਿ ਮੈਂ ਲੱਭ ਸਕਾਂ। ਉਹਨੇ ਮੈਨੂੰ ਲਿੰਕ ਭੇਜਿਆ। ਮੈਂ ਬੜੀ ਲੱਭਣ ਦੀ ਕੋਸ਼ਿਸ਼ ਕੀਤੀ, 2 ਸਾਲ ਉਹ ਲਿੰਕ ਰੱਖਿਆ, ਮੈਨੂੰ ਨਹੀਂ ਲੱਭਾ। ਮੈਂ ਹੋਰ ਬੜੇ ਬੰਦਿਆਂ ਦੀ ਮਦਦ ਮੰਗੀ ਵੀ ਪਲੀਜ਼ ਰੱਬ ਦੇ ਵਾਸਤੇ ਮੈਨੂੰ ਕੋਈ ਨਾ ਇੰਟਰਵਿਊ ਕਢਾ ਦਿਓ ਤਾਂ ਕਿ ਮੈਂ ਇਹਨੂੰ ਦਿਖਾ ਸਕਾਂ। ਮੈਂ ਇਹਨੂੰ ਦਿਖਾਣੀ ਸੀ ਬੇਸਿਕਲੀ, ਮੈਂ ਇਹਨੂੰ ਪੁੱਛਣਾ ਸੀ ਵੀ ਆਹ ਜੋ ਕੁਝ ਤੂੰ ਕਿਹਾ ਹੈ ਸੱਚ ਹੈ ਬੇਟਾ ਕਿ ਝੂਠ ਹੈ? ਮੈਨੂੰ ਦੱਸ। ਆਪਾਂ ਦੋਨੋਂ ਭੈਣ ਭਰਾ ਬੈਠੇ ਆ। ਮੈਂ ਇਹਦੇ ਲਈ ਕੱਢੀ ਸੀ, ਮੈਂ ਤੁਹਾਡੇ ਲਈ ਨਹੀਂ ਸੀ ਕੱਢੀ। ਮੈਂ ਮੀਡੀਆ ਚ ਆਉਣ ਲਈ ਨਹੀਂ ਸੀ ਕੱਢੀ। ਮੈਂ ਆਪਣਾ ਝੱਗਾ ਚੱਕ ਰਹੀ ਹਾਂ। ਤੁਹਾਨੂੰ ਲੱਗਦਾ ਮੈਨੂੰ ਫੀਲ ਨਹੀਂ ਹੋ ਰਿਹਾ? ਮੇਰੇ ਪਰਿਵਾਰ ਦਾ ਝੱਗਾ ਚੱਕਿਆ, ਮੇਰਾ ਢਿੱਡ ਨੰਗਾ ਹੋ ਰਿਹਾ। ਮੇਰਾ ਬੱਚਿਆਂ ਵਰਗਾ ਭਰਾ ਹੋਵੇ। ਕਦੀ ਵੀ ਨਹੀਂ ਹੋਈ। ਸੁਮਨ ਜੀ, ਤੁਸੀਂ ਦੱਸੋ ਲੋਕਾਂ ਨੂੰ ਵੀ ਨਵਜੋਤ ਸਿੰਘ ਸਿੱਧੂ ਕਿੱਦਾਂ ਦਾ ਬੰਦਾ ਹੈ? ਮੈਨੂੰ ਨਹੀਂ ਪਤਾ। ਤੁਸੀਂ ਦੇਖੋ, ਮੇਰਾ ਭਰਾ ਮੇਰੇ ਬੱਚਿਆਂ ਵਰਗਾ, ਮੈਂ ਉਹਦੇ ਬਾਰੇ ਮਾੜਾ ਵੀ ਨਹੀਂ ਕਹਿ ਸਕਦੀ। ਮੈਂ ਨਹੀਂ ਕਹਿ ਸਕਦੀ। ਉਹ ਮੇਰਾ ਭਰਾ ਹੈ, ਇੱਕੋ ਭਰਾ ਹੈ, ਔਰ ਮੇਰੇ ਬੱਚਿਆਂ ਵਰਗਾ। ਮੈਂ ਉਹਦੇ ਲਈ ਕੋਈ ਮਾੜਾ ਨਹੀਂ ਕਹਿਣਾ ਚਾਹੁੰਦੀ।
ਮੈਨੂੰ ਸਿਰਫ ਆਪਣੀ ਮਾਂ ਲਈ ਜਸਟਿਸ ਚਾਹੀਦਾ, ਬਸ ਦੈਟਸ ਇਟ। ਮੈਂ ਤੁਸੀਂ ਇੰਡੀਆ ਕਦ ਆਏ ਸੀ? ਲੋਕੀ ਵਿਸ਼ਵਾਸ ਕਰਨ ਜਾਂ ਨਾ ਕਰਨ, ਇਹ ਲੋਕਾਂ ਦੇ ਉੱਤੇ, ਇਹ ਭਰਾ ਮੇਰਿਓ, ਭੈਣਾਂ ਮੇਰਿਓ, ਇਹ ਲੋਕਾਂ ਦੇ ਉੱਤੇ ਆ। ਮੈਂ ਕਿਸੇ ਨੂੰ ਕੁਛ, ਮੈਂ ਤਾਂ ਸਿਰਫ ਹੱਥ ਬੰਨ ਕੇ ਤੁਹਾਡੇ ਸਾਹਮਣੇ ਦੀ ਮਦਦ ਮੰਗ ਰਹੀ ਹਾਂ। ਇਹ ਤੁਹਾਡੇ ਤੇ ਹੈ, ਯਕੀਨ ਕਰਨਾ ਨਹੀਂ ਕਰਨਾ ਮੈਂ ਨਹੀਂ ਤੁਹਾਨੂੰ ਕਹਿੰਦਾ। ਇੰਡੀਆ ਤੁਸੀਂ ਕਦ ਆਏ ਸੀ? ਮੈਂ ਇੰਡੀਆ 13 ਜਨਵਰੀ ਨੂੰ ਆਈ ਸੀ। ਮੈਂ ਹਰ ਸਾਲ ਆਉਂਦੀ ਹਾਂ ਇੱਥੇ। ਮੈਂ 90 ਦੀ ਉੱਥੇ ਗਈ ਹੋਈ ਹਾਂ। 89 ਚ ਮੇਰੀ ਮਾਂ ਦੀ ਡੈਥ ਹੋਈ ਸੈਪਟੰਬਰ 'ਚ। ਮੈਂ ਫਰਵਰੀ 90 ਚਲੀ ਗਈ। ਮੈਂ ਤੇ ਮੇਰਾ ਘਰ ਵਾਲਾ ਪਹਿਲਾਂ ਹੀ ਉੱਥੇ ਸੀ। ਉਹਦੇ ਕੋਲ ਗ੍ਰੀਨ ਕਾਰਡ ਸੀ, ਉਹਨੇ ਡਾਕਟਰੀ ਪਾਸ ਕੀਤੀ ਹੋਈ ਸੀ ਉੱਥੇ। ਉਹਦੇ ਬੇਸ ਤੇ ਮੈਨੂੰ ਇੱਥੋਂ ਗ੍ਰੀਨ ਕਾਰਡ ਮਿਲਿਆ ਤੇ ਮੈਂ ਚਲੀ ਗਈ। ਯੂਐਸ ਕਿੱਥੇ ਰਹਿੰਦੇ ਹੋ? ਅਸੀਂ ਰਹਿੰਦੇ ਹਾਂ ਰੋਚੈਸਟਰ, ਨਿਊਯਾਰਕ, ਨਾਇਗਰਾ ਫਾਲ ਦੇ ਕੋਲ। 15 ਸਾਲ ਤੋਂ ਪਿਛਲੇ 15 ਸਾਲ ਤੇ ਮੈਂ ਹਰ ਸਾਲ ਇੱਥੇ ਆਉਂਦੀ ਸੀ। ਤੁਸੀਂ ਉੱਥੇ ਬਿਜ਼ਨਸ ਕਰਦੇ ਹੋ? ਵਾਟ ਡੂ ਯੂ ਡੂ ਮੈਮ? ਮੈਂ ਕੁਛ ਨਹੀਂ ਕਰਦੀ ਜੀ, ਮੇਰਾ ਘਰ ਵਾਲਾ ਡਾਕਟਰ ਹੈ। ਮੈਂ ਪਿਛਲੇ 10-12 ਸਾਲ ਤੋਂ ਕੋਈ ਨੌਕਰੀ ਨਹੀਂ ਕਰ ਰਹੀ। ਰੱਬ ਨੇ ਸਾਨੂੰ, ਵਾਹਿਗੁਰੂ ਨੇ ਮਿਹਰ ਕੀਤੀ ਹੈ ਸਾਡੇ ਹੱਥਾਂ ਨਹੁੰਆਂ ਨਾਲ। ਮਾਸੀ ਜਦੋਂ ਮੀਆਂ ਬੀਬੀ ਇੱਥੋਂ ਗਏ ਸੀ, ਸਾਡੀ ਜੇਬ 'ਚ $80 ਸੀ। $80 ਲੈ ਕੇ ਅਸੀਂ ਨਿਊਯਾਰਕ ਉਤਰੇ ਸੀ, ਦੋਨੋਂ ਮੀਆਂ ਬੀਬੀ। ਅਸੀਂ ਦੋਨੋਂ ਡਾਕਟਰ ਸੀ ਇੱਥੇ। ਸਾਡੀ ਉੱਥੇ ਕੋਈ ਫੈਮਿਲੀ ਮੈਂਬਰ ਨਹੀਂ ਸੀ ਵੀ ਸਾਨੂੰ ਕੋਈ ਸਪੋਰਟ ਹੋਵੇ। ਇਹਦੇ ਕੋਲ ਲੱਖਾਂ ਕਰੋੜਾਂ ਸੀ ਉਦੋਂ ਵੀ। ਕਦੀ ਇਸ ਤੋਂ ਮੰਗਿਆ, ਕਦੀ ਇਹਨੂੰ ਜਤਾਇਆ ਵੀ ਸ਼ਹਿਰੀ ਸਾਨੂੰ ਲੋੜ ਹੈ। ਮੇਰੀ ਭੈਣ ਇੱਥੇ ਅੰਨੀ ਸੀ ਆਲਮੋਸਟ, ਇਹਨੂੰ ਪਤਾ ਸੀ। ਉਹਨੇ ਮੰਗਿਆ ਇਸ ਤੋਂ ਕੁਝ। ਮੇਰੀ ਭੈਣ ਦਾ ਨਾਮ ਸੀ ਮਿਸਿਸ ਨੀਲਮ ਮਹਾਜਨ। ਮੇਰੀ ਮਾਂ ਹਿੰਦੂ ਸੀ, ਨਿਰਮਲ, ਤੇ ਮੇਰਾ ਪਿਓ ਸਰਦਾਰ ਭਗਵੰਤ ਸਿੰਘ। ਮੇਰੀ ਨਾਨੀ ਕੁਮਾਰ ਮੰਡੀ ਸੀ, ਵਿਡੋ ਲੇਡੀ। ਉਹਨੇ ਆਪਣਾ ਘਰ ਬਣਾਇਆ ਸੀ ਸ਼ਾਮ ਸਿੰਘ ਰੋਡ ਤੇ। ਉਹਨੇ ਆਪਣੇ ਘਰ ਦੇ ਪਿੱਛੇ ਹੀ, ਜਿੰਨੇ ਘਰ ਦੀ ਜ਼ਮੀਨ ਸੀ 300 ਗਜ਼, ਓਨੀ ਜ਼ਮੀਨ ਪਿੱਛੇ ਲੈ ਕੇ ਉਹਨੇ ਮੰਦਿਰ ਬਣਾਇਆ। ਕਿਸੇ ਤੋਂ ਇੱਕ ਪੈਸਾ ਨਹੀਂ ਲਿੱਤਾ, ਆਪ ਆਪਣਾ ਜਿੱਦਾਂ ਮਰਜ਼ੀ ਚੰਦਾ ਇਕੱਠਾ ਕਰਕੇ, ਜਿੱਦਾਂ ਮਰਜ਼ੀ ਉਹਨੇ ਮੰਦਿਰ ਬਣਾ ਕੇ ਦਾਨ ਦੇਤਾ। ਉਹ ਮੰਦਿਰ ਹਾਲੇ ਵੀ ਉਹਦੀ ਮੂਰਤੀ ਲੱਗੀ, ਫੋਟੋ ਲੱਗੀ ਹੋਈ ਆ ਉੱਥੇ। ਮਾਤਾ ਕੁਸ਼ਲਿਆ ਦੇਵੀ ਮੰਦਿਰ ਕਹਿੰਦੇ ਆ ਉਹਨੂੰ। ਇਹ ਗਿਆ ਕਦੀ? ਜਿਹੜੀਆਂ ਇਹ ਗੱਲਾਂ ਕਰਦਾ ਤੂੰ ਕਰ ਪੁੱਤਰਾ, ਰੱਬ ਤੈਨੂੰ ਹੋਰ ਦੇ। ਵਾਹਿਗੁਰੂ ਨੂੰ ਮੈਂ ਕਹਿੰਦੀ ਹਾਂ, ਵਾਹਿਗੁਰੂ ਇਹਨੂੰ ਹੋਰ ਦੇ। ਇਹਦੀ ਪੈਸੇ ਦੀ ਭੁੱਖ ਲੰਘ ਜੇ, ਕਿਸੇ ਤਰੀਕੇ ਮੁੱਕਦੀ ਹੈ ਮੁਕਾ, ਇਹਨੂੰ ਹੋਰ ਦੇ, ਵੱਧ ਦੇ। ਪਰ ਮੇਰੇ ਮਾਂ ਦਾ ਨਾਮ ਨਾ ਹੁਣ ਵਰਤੇ, ਝੂਠ ਨਾ ਬੋਲੇ। ਹੁਣ ਆਪਣੀ ਜ਼ੁਬਾਨ ਨੂੰ ਲਗਾਮ ਦੇ ਲੈ ਪੁੱਤਰਾ, ਬਹੁਤ ਹੋ ਗਿਆ। ਹੁਣ ਸਾਨੂੰ ਹੋਰ ਜਲੀਲ ਨਾ ਕਰ, ਰੱਬ ਦੇ ਵਾਸਤੇ ਆਪਣੇ ਟੱਬਰ। ਕੋਈ ਸਵਾਲ ਹੈ ਤਾਂ ਤੁਸੀਂ ਪਟਿਆਲੇ ਵਾਲੇ ਘਰ ਗਏ ਜੀ? ਕਿਉਂਕਿ ਉਹ ਤਾਂ ਬੜਾ ਜਲਦੀ ਘਰ। ਮੈਨੂੰ ਕਿਤੇ ਵੜਨ ਦੀ ਇਜਾਜ਼ਤ ਨਹੀਂ ਹੈ, ਨਾ ਮੇਰੀ ਭੈਣ ਨੂੰ ਸੀ। ਕਿਤੇ ਵੀ ਕਿਸੇ ਘਰ ਵਿੱਚ ਅਸੀਂ ਨਹੀਂ ਜਾ ਸਕਦੀਆਂ ਜਿੱਥੇ ਸਾਡਾ ਬਚਪਨ ਬੀਤਿਆ, ਉਸ ਜੱਦੀ ਘਰ ਅਸੀਂ ਨਹੀਂ ਉੱਥੇ ਜਾ ਸਕਦੀਆਂ। मैडम बार बार आप कह रहे हो कि पॉलिटिकल नहीं है, लेकिन आपको पता है चुनाव है और आज ही खत्म करो। ਮੇਰੀ ਗੱਲ ਸੁਣੋ, ਕਿਹੜਾ ਟਾਈਮ ਸਹੀ ਟਾਈਮ ਹੋ ਸਕਦਾ ਹੈ ਆਪਣਾ ਝੱਗਾ ਚੱਕਣ ਲਈ? ਮੈਨੂੰ ਉਹ ਦੱਸੋ, ਤੁਸੀਂ ਦੱਸੋ ਵੀ ਜਦੋਂ ਕਿਸੇ ਨੇ ਆਪਣਾ ਝੱਗਾ ਚੱਕ ਕੇ ਆਪਣਾ ਢਿੱਡ ਨੰਗਾ ਕਰਨਾ ਹੋਏ, ਉਹ ਕਿਹੜਾ ਟਾਈਮ ਹੈ ਉਹਦੇ ਲਈ ਵੀ ਉਹ ਕਰੇ? ਮੈਂ ਤੁਹਾਡੇ ਤੋਂ ਪੁੱਛਦੀ ਹਾਂ। ਚਲੋ ਮੈਂ ਤਾਂ, ਤੁਸੀਂ ਕਹਤਾ ਇਲੈਕਸ਼ਨ ਹੈ, ਮੈਨੂੰ ਤੁਸੀਂ ਦੱਸੋ ਕਿਹੜਾ ਟਾਈਮ ਚੰਗਾ? ਇੱਕ ਮਾਂ ਲਈ, ਇੱਕ ਭੈਣ ਲਈ ਵੀ ਆਪਣਾ ਝੱਗਾ ਚੱਕ ਕੇ ਆਪਣਾ ਢਿੱਡ ਨੰਗਾ ਕਰੇ? ਮੈਨੂੰ ਪੁੱਛਣ ਦੀ ਬਜਾਏ ਤੁਸੀਂ ਜਵਾਬ ਦਿਓ ਮੈਨੂੰ। ਰੱਬ ਨੇ ਹੁਣ ਬਸ ਪਲੀਜ਼, ਹੁਣ no more question, I am done, please।